ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਿਆਰਿਓ, ਅੱਗੇ ਸਾਖੀ ਪ੍ਰੀਤੀ ਚੰਦ ਦੀ ਪਤਨੀ ਕਰਮੋ ਦੀ ਈਰਖਾ। ਇੱਕ ਸਮਾਂ ਐਸਾ ਆਇਆ ਕਿ ਮਾਤਾ ਗੰਗਾ ਜੀ ਦੀ ਦਾਸੀ ਟਰੰਕਾਂ ਵਿੱਚ ਪਏ ਕੱਪੜੇ ਨੂੰ ਹਵਾ ਲਵਾਉਣ ਲਈ ਕੋਠੇ 'ਤੇ ਖਿਲਾਰ ਰਹੀ ਸੀ। ਸਿੱਖ ਸੰਗਤਾਂ ਵੱਲੋਂ ਭੇਟ ਹੋਏ ਬੜੇ ਕੀਮਤੀ ਰੇਸ਼ਮੀ ਕੱਪੜੇ ਕੋਠੇ 'ਤੇ ਖਿਲਰੇ ਹੋਏ ਜਦੋਂ ਪ੍ਰਿਥੀ ਚੰਦ ਦੀ ਪਤਨੀ ਕਰਮੋ ਨੇ ਦੇਖੇ ਤਾਂ ਉਸ ਦਾ ਮਨ ਬਹੁਤ ਦੁਖੀ ਹੋਇਆ। ਪ੍ਰਿਥੀ ਚੰਦ ਦੇ ਘਰ ਆਉਣ 'ਤੇ ਉਸ ਦੁਖੀ ਹੋਈ ਨੇ ਆਪਣੇ ਦੁੱਖੜਾ ਆਪਣੇ ਪਤੀ ਅੱਗੇ ਰੋਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗੀ, ਦੇਖੋ ਜੀ, ਅਰਜਨ ਦੇਵ ਦੇ ਘਰ ਕਿੱਡੇ ਕੀਮਤੀ ਕੱਪੜੇ ਸੰਗਤਾਂ ਵੱਲੋਂ ਭੇਟ ਕੀਤੇ ਹੋਏ ਆਉਂਦੇ ਹਨ। ਸਾਰਾ ਚੜ੍ਹਾਵਾ ਤੇ ਹੋਰ ਕੀਮਤੀ ਵਸਤਾਂ ਸਭ ਉਹਨਾਂ ਕੋਲ ਹੀ ਜਾਂਦੀਆਂ ਹਨ। ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਗੰਗਾ ਦੇ ਘਰ ਆ ਕੇ ਸੰਗਤਾਂ ਉਸ ਨੂੰ ਮੱਥਾ ਟੇਕਦੀਆਂ ਹਨ ਅਤੇ ਭੇਟਾਂ ਹਾਜ਼ਰ ਕਰਦੀਆਂ ਹਨ। ਪ੍ਰਿਥੀ ਚੰਦ ਆਪਣੀ ਪਤਨੀ ਦਾ ਰੋਣਾ ਸੁਣ ਕੇ ਕਹਿਣ ਲੱਗਾ, ਭਲਕੇ ਚਿੰਤਾ ਨਾ ਕਰ। ਅਰਜਨ ਦੇਵ ਦੇ ਘਰ ਕਿਹੜਾ ਕੋਈ ਧੀ ਪੁੱਤਰ ਹੈ? ਉਸ ਨੇ ਤਾਂ ਔਤਰਾ ਹੀ ਜਾਣਾ ਹੈ। ਇਹ ਸਭ ਵਸਤਾਂ ਇੱਕ ਦਿਨ ਤੇਰੇ ਪੁੱਤਰ ਨੇ ਹੀ ਵਰਤਣੀਆਂ ਹਨ। ਤੂੰ ਚਿੰਤਾ ਨਾ ਕਰ। ਥੋੜ੍ਹੇ ਦਿਨ ਹੀ ਹੋਰ ਚੁੱਪ ਕਰਕੇ ਕੱਟ ਲੈ। ਇਹ ਸਭ ਕੁਝ ਸਾਡਾ ਹੀ ਹੋ ਜਾਣਾ ਹੈ। ਪ੍ਰਿਥੀ ਚੰਦ ਤੇ ਕਰਮੋ ਦੀ ਗੱਲਬਾਤ ਮਾਤਾ ਗੰਗਾ ਜੀ ਦੀ ਦਾਸੀ ਸੁਣ ਰਹੀ ਸੀ। ਉਹ ਇਹ ਵਾਰਤਾਲਾਪ ਸੁਣ ਕੇ ਬਹੁਤ ਦੁਖੀ ਹੋਈ। ਉਸ ਨੇ ਝਟ-ਪਟ ਸਾਰੇ ਕੱਪੜੇ ਇਕੱਠੇ ਕਰ ਲਏ ਤੇ ਹੇਠਾਂ ਲੈ ਗਈ। ਦਾਸੀ ਨੇ ਦੋਹਾਂ ਜੀਆਂ ਦੀ ਸਾਰੀ ਗੱਲਬਾਤ ਮਾਤਾ ਗੰਗਾ ਜੀ ਨੂੰ ਦੱਸ ਦਿੱਤੀ। ਸੁਣ ਕੇ ਮਾਤਾ ਜੀ ਬੜੇ ਉਦਾਸ ਹੋ ਗਏ। ਉਹ ਸੋਚਣ ਲੱਗ ਪਏ ਕਿ ਮੇਰੇ ਕਰਮਾਂ ਵਿੱਚ ਪੁੱਤਰ ਦਾ ਮੂੰਹ ਵੇਖਣਾ ਨਹੀਂ ਲਿਖਿਆ। ਸਾਡੀਆਂ ਇਹ ਸਭ ਵਸਤੂਆਂ ਕਰਮੋ ਦੇ ਪੁੱਤਰ ਧੀਆਂ ਸਾਂਭਣਗੇ। ਕੀ ਮੈਂ ਇਸ ਸੰਸਾਰ ਤੋਂ ਨਪੁੱਤੀ ਹੀ ਜਾਵਾਂਗੀ? ਮੇਰੇ ਇਸ ਜੀਵਨ ਦਾ ਕੀ ਲਾਭ? ਇਹਨਾਂ ਵਿਚਾਰਾਂ ਵਿੱਚ ਗ੍ਰਸਤੇ ਮਾਤਾ ਜੀ ਬੜੇ ਨਿੰਮੋ ਝੁਨੇ ਹੋ ਕੇ ਬੈਠ ਗਏ। ਮਾਤਾ ਗੰਗਾ ਜੀ ਇਸ ਦਸ਼ਾ ਵਿੱਚ ਬੈਠੇ ਹੋਏ ਸਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਬਾਹਰੋਂ ਮਹਿਲਾਂ ਵਿੱਚ ਆਏ। ਆਪ ਪਲੰਘ 'ਤੇ ਬੈਠੇ ਤਾਂ ਆਪ ਦੀ ਨਿਗਾਹ ਮਾਤਾ ਗੰਗਾ ਜੀ ਦੇ ਉਦਾਸ ਚਿਹਰੇ 'ਤੇ ਪਈ। ਆਪ ਨੇ ਮਾਤਾ ਗੰਗਾ ਜੀ ਨੂੰ ਕੋਲ ਬੁਲਾ ਕੇ ਪੁੱਛਿਆ, ਕੀ ਗੱਲ ਹੈ? ਅੱਜ ਤੁਸੀਂ ਬੜੇ ਉਦਾਸ ਬੈਠੇ ਹੋ। ਮਾਤਾ ਜੀ ਨੇ ਨੇਤਰਾਂ ਵਿੱਚ ਜਲ ਭਰ ਕੇ ਕਿਹਾ, ਮਹਾਰਾਜ, ਆਪ ਸਭ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹੋ। ਮੈਂ ਹੀ ਨਿਮਾਣੀ ਐਸੀ ਹਾਂ, ਨਿਕਰਮਨ ਐਸੀ ਹਾਂ, ਜਿਹੜੀ ਆਪ ਦੀ ਬਖਸ਼ਿਸ਼ ਤੋਂ ਖਾਲੀ ਬੈਠੀ ਹਾਂ। ਸਤਿਗੁਰ ਜੀ ਨੇ ਕਿਹਾ, ਤੁਸੀਂ ਆਪਣੀ ਇੱਛਾ ਦੱਸੋ। ਗੁਰੂ ਨਾਨਕ ਦੇ ਘਰ ਦਰੋਂ ਸਭ ਦਾਤਾਂ ਪ੍ਰਾਪਤ ਹੋਣਗੀਆਂ। ਮਾਤਾ ਗੰਗਾ ਜੀ ਨੇ ਅੱਜ ਹੀ ਸਾਰੀ ਵਿਅਥਾ ਸਤਿਗੁਰ ਜੀ ਨੂੰ ਸੁਣਾਈ ਤੇ ਬੇਨਤੀ ਕੀਤੀ ਕਿ ਮਹਾਰਾਜ, ਮੇਰੀ ਝੋਲੀ ਪੁੱਤਰ ਦੀ ਦਾਤ ਬਖਸ਼ੋ। ਗੁਰੂ ਨਾਨਕ ਦੇ ਘਰ ਕਿਸੇ ਵਸਤੂ ਦੀ ਘਾਟ ਨਹੀਂ। ਇਸ ਦਾਤ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਕੁਝ ਯਤਨ ਕਰਨਾ ਪਵੇਗਾ। ਗੁਰੂ ਘਰ ਦੇ ਸ਼੍ਰੋਮਣੀ ਸਿੱਖ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਉਹਨਾਂ ਦੀ ਸੇਵਾ ਕਰਕੇ ਤੇ ਉਹਨਾਂ ਨੂੰ ਪ੍ਰਸੰਨ ਕਰਕੇ ਵਰ ਪ੍ਰਾਪਤ ਕਰੋ। ਉਹਨਾਂ ਦੇ ਬਚਨਾਂ ਵਿੱਚ ਬੜੀ ਸ਼ਕਤੀ ਹੈ। ਉਹ ਪ੍ਰਸੰਨ ਹੋ ਕੇ ਬਚਨ ਕਰਨਗੇ ਤਾਂ ਆਪ ਦੀ ਮੁਰਾਦ ਜ਼ਰੂਰ ਪੂਰੀ ਹੋਵੇਗੀ। ਬਾਬਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਤੁਹਾਡੀ ਕਾਮਨਾ ਪੂਰੀ ਹੋਣ ਦੀ ਅਰਦਾਸ ਕਰਨਗੇ। ਉਹਨਾਂ ਦੀ ਕੀਤੀ ਅਰਦਾਸ ਖਾਲੀ ਨਹੀਂ ਜਾਂਦੀ। ਸਤਿਗੁਰ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ। ਸਤਿਗੁਰ ਜੀ ਦੇ ਬਚਨ ਸੁਣ ਕੇ ਮਾਤਾ ਜੀ ਪ੍ਰਸੰਨ ਹੋ ਗਏ। ਉਹਨਾਂ ਨੇ ਬਾਬਾ ਬੁੱਢਾ ਜੀ ਦੀ ਮਹਿਮਾ ਸੁਣੀ ਹੋਈ ਸੀ। ਉਹਨਾਂ ਨੂੰ ਭਰੋਸਾ ਬੱਝ ਗਿਆ ਕਿ ਬਾਬਾ ਬੁੱਢਾ ਜੀ ਦੇ ਵਰ ਨਾਲ ਮੈਨੂੰ ਪੁੱਤਰ ਦੀ ਦਾਤ ਜ਼ਰੂਰ ਪ੍ਰਾਪਤ ਹੋਵੇਗੀ। ਦੂਜੇ ਦਿਨ ਮਾਤਾ ਗੰਗਾ ਜੀ ਨੇ ਬੜੇ ਉਤਸ਼ਾਹ ਨਾਲ ਦਾਸੀ ਨੂੰ ਕਿਹਾ ਕਿ ਤਿਆਰੀ ਕਰੋ, ਅਸੀਂ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ
ਲਈ ਬੀੜ ਵੱਲ ਚੱਲਣਾ ਹੈ। ਮਾਤਾ ਜੀ ਦੇ ਕਹਿਣ ਅਨੁਸਾਰ ਕਈ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਗਏ। ਇੱਕ ਰੱਥ 'ਤੇ ਸਾਰੇ ਪਕਵਾਨ ਰੱਖੇ ਗਏ। ਮਾਤਾ ਜੀ ਨੇ ਆਪਣੇ ਨਾਲ ਕੁਝ ਸੇਵਕ ਤੇ ਦਾਸੀਆਂ ਲਈਆਂ ਤੇ ਰੱਥ 'ਤੇ ਸਵਾਰ ਹੋ ਕੇ ਬੜੀ ਧੂਮਧਾਮ ਨਾਲ ਬੀੜ ਵੱਲ ਚੱਲ ਪਏ। ਬਾਬਾ ਜੀ ਬੀੜ ਵਿੱਚ ਪ੍ਰਭੂ ਦੇ ਸਿਮਰਨ ਵਿੱਚ ਮਗਨ ਬੈਠੇ ਸਨ ਕਿ ਉਹਨਾਂ ਨੇ ਦੂਰੋਂ ਧੂੜ ਉੱਡਦੀ ਵੇਖੀ ਤੇ ਰੱਥਾਂ ਦੇ ਆਉਣ ਦਾ ਖੜਾਕ ਸੁਣਿਆ। ਬਾਬਾ ਜੀ ਨੇ ਇੱਕ ਸਿੱਖ ਨੂੰ ਕਿਹਾ ਕਿ ਦੇਖ ਗੁਰਮੁਖਾ, ਇਹ ਕੌਣ ਆ ਰਿਹਾ ਹੈ। ਸਿੱਖ ਗਿਆ ਤੇ ਮਾਤਾ ਜੀ ਨੂੰ ਆਉਂਦੇ ਵੇਖ ਕੇ ਬਾਬਾ ਜੀ ਨੂੰ ਆਣ ਕੇ ਕਹਿਣ ਲੱਗਾ, ਬਾਬਾ ਜੀ ਗੁਰੂ ਕੇ ਮਹਿਲ ਆਪ ਵੱਲ ਆ ਰਹੇ ਹਨ। ਗੁਰੂ ਕਿਆ ਮਹਿਲਾਂ ਨੂੰ ਕਿੱਧਰ ਦੀ ਭਾਜੜ ਪੈ ਗਈ। ਬਾਬਾ ਜੀ ਦੇ ਮੂੰਹੋਂ ਇਹ ਬਚਨ ਸੁੱਤੇ ਸਿੱਧ ਹੀ ਨਿਕਲ ਗਿਆ। ਬਾਬਾ ਜੀ ਦੇ ਇਹ ਬਚਨ ਸੁਣ ਕੇ ਮਾਤਾ ਜੀ ਉੱਥੇ ਹੀ ਰੁਕ ਗਏ। ਅੱਗੇ ਵਧਣ ਦੀ ਹਿੰਮਤ ਨਾ ਪਈ। ਉਹਨਾਂ ਨੇ ਸਾਰੇ ਭੋਜਨ ਬਾਬਾ ਜੀ ਦੀ ਸੇਵਾ ਵਿੱਚ ਭੇਜ ਦਿੱਤੇ ਤੇ ਆਪ ਨਿਰਾਸ਼ ਹੋ ਕੇ ਵਾਪਸ ਮੁੜ ਪਏ। ਰਾਹ ਵਿੱਚ ਮਾਤਾ ਜੀ ਸੋਚਦੇ ਜਾਣ ਕਿ ਇਹ ਕੀ ਭਾਣਾ ਵਰਤ ਗਿਆ। ਮੈਂ ਤਾਂ ਬਾਬਾ ਜੀ ਦੀ ਸੇਵਾ ਵਿੱਚ ਪੁੱਤਰ ਦਾ ਵਰ ਲੈਣ ਆਈ ਸਾਂ। ਇਹ ਵਰ ਦੀ ਜਗ੍ਹਾ ਸ਼ਰਾਪ ਲੈ ਕੇ ਚੱਲੀ ਹਾਂ। ਵਾਹ ਮੇਰੇ ਭਾਗ। ਇਸੇ ਨਿਰਾਸ਼ ਦਸ਼ਾ ਵਿੱਚ ਮਾਤਾ ਜੀ ਅੰਮ੍ਰਿਤਸਰ ਪਹੁੰਚ ਗਏ। ਰਾਤ ਨੂੰ ਸਤਿਗੁਰੂ ਜੀ ਮਹਿਲਾਂ ਵਿੱਚ ਆਏ ਤਾਂ ਮਾਤਾ ਗੰਗਾ ਜੀ ਨੂੰ ਉਦਾਸ ਵੇਖਿਆ। ਗੁਰੂ ਜੀ ਨੇ ਇਸ ਉਦਾਸੀ ਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਅੱਜ ਬੀੜ ਜਾਣ ਦਾ ਸਾਰਾ ਬਿਰਤਾਂਤ ਸੁਣਾਇਆ ਤੇ ਕਿਹਾ ਕਿ ਮੈਂ ਤਾਂ ਆਪ ਦੇ ਹੁਕਮ ਅਨੁਸਾਰ ਬਾਬਾ ਜੀ ਦੀ ਸੇਵਾ ਵਿੱਚ ਵਰ ਲੈਣ ਗਈ ਸਾਂ। ਉਹਨਾਂ ਨੇ ਉਲਟਾ ਸ਼ਰਾਪ ਦੇ ਕੇ ਤੋਰਿਆ ਹੈ। ਸਤਿਗੁਰੂ ਜੀ ਨੇ ਪੁੱਛਿਆ ਕਿ ਕਿਸ ਢੰਗ ਨਾਲ ਗਏ ਸੀ ਤੁਸੀਂ। ਮਾਤਾ ਗੰਗਾ ਜੀ ਨੇ ਆਪਣੇ ਜਾਣ ਦੀ ਸਾਰੀ ਵਿਆਥਿਆ ਸਤਿਗੁਰੂ ਜੀ ਨੂੰ ਸੁਣਾਈ। ਗੁਰੂ ਜੀ ਸੁਣ ਕੇ ਕਹਿਣ ਲੱਗੇ, ਵਾਹ ਗੰਗੇ, ਮਹਾਂਪੁਰਸ਼ਾਂ ਦੀ ਸੇਵਾ ਵਿੱਚ ਵਰ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਸ਼ਾਹੀ ਠਾਠ ਨਾਲ ਜਾਈਦਾ ਹੈ। ਸਤਿਗੁਰੂ ਸੰਤਾਂ ਕੋਲ ਜਾਣਾ ਹੋਵੇ ਤਾਂ ਆਪਣੀ ਹਉਮੈ ਨੂੰ ਤਿਆਗ ਕੇ ਮਨ ਵਿੱਚ ਗਰੀਬੀ ਤੇ ਨਿਮਰਤਾ ਧਾਰ ਕੇ ਜਾਣਾ ਚਾਹੀਦਾ ਹੈ। ਤੁਹਾਨੂੰ ਗੁਰੂ ਦੀ ਪਤਨੀ ਹੋਣ ਦੀ ਹਉਮੈ ਸੀ, ਇਸ ਕਰਕੇ ਤੁਹਾਡੇ ਮਨ ਦੀ ਕਾਮਨਾ ਪੂਰੀ ਨਹੀਂ ਹੋਈ ਤੇ ਤੁਸੀਂ ਮਹਾਂਪੁਰਸ਼ਾਂ ਕੋਲ ਜਾ ਕੇ ਵੀ ਖਾਲੀ ਆਏ ਹੋ। ਮਾਤਾ ਜੀ ਨੇ ਬੜੀ ਨਿਮਰਤਾ ਨਾਲ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ, ਮੈਂ ਅਣਜਾਣ ਤੋਂ ਭੁੱਲ ਹੋ ਗਈ ਹੈ। ਕਿਰਪਾ ਕਰਕੇ ਤੁਸੀਂ ਹੁਣ ਉਹ ਢੰਗ ਦੱਸੋ ਜਿਸ ਨਾਲ ਮੈਂ ਫੇਰ ਜਾਵਾਂ ਤੇ ਬਾਬਾ ਜੀ ਦੀ ਕਿਰਪਾ ਹੋਵੇ ਤੇ ਮੈਂ ਉਹਨਾਂ ਤੋਂ ਪੁੱਤਰ ਦਾ ਵਰ ਲੈ ਕੇ ਆਵਾਂ। ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਬਾਬਾ ਜੀ ਪੂਰਨ ਸੰਤ ਤੇ ਬ੍ਰਹਮ ਗਿਆਨੀ ਹਨ। ਉਹ ਰਸਾਂ ਕਸਾਂ ਤੋਂ ਉੱਪਰ ਹੋ ਚੁੱਕੇ ਹਨ। ਉਹ ਤਾਂ ਸਧਾਰਨ ਪਕਵਾਨ ਖਾਣ ਵਾਲੇ ਜ਼ਿਮੀਂਦਾਰ ਹਨ। ਇਸ ਲਈ ਉਹਨਾਂ ਨੂੰ ਪ੍ਰਸੰਨ ਕਰਨ ਲਈ ਉਹਨਾਂ ਦਾ ਮਨਭਾਉਂਦਾ ਖਾਣਾ ਲੈ ਕੇ ਹਾਜ਼ਰ ਹੋਵੋ, ਤਦ ਹੀ ਉਹਨਾਂ ਤੋਂ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਮਾਤਾ ਜੀ ਨੇ ਕਿਹਾ ਕਿ ਪਾਤਸ਼ਾਹ ਜੀ, ਫਿਰ ਇਹ ਤਰੀਕਾ ਤੁਸੀਂ ਹੀ ਦੱਸਣ ਦੀ ਕਿਰਪਾ ਕਰੋ। ਸਤਿਗੁਰੂ ਜੀ ਨੇ ਕਿਹਾ, ਸਵੇਰੇ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਫਿਰ ਆਪ ਚੱਕੀ ਪੀ ਕੇ ਮਿੱਸਾ ਆਟਾ ਤਿਆਰ ਕਰੋ, ਆਪ ਆਟਾ ਗੁੰਨੋ ਤੇ ਆਪ ਹੀ ਗੁਰਬਾਣੀ ਦਾ ਪਾਠ ਕਰਦੇ ਮਿੱਸੇ ਪ੍ਰਸ਼ਾਦੇ ਤਿਆਰ ਕਰੋ। ਪ੍ਰਸ਼ਾਦਿਆਂ ਵਿੱਚ ਲੂਣ, ਮਿਰਚਾਂ ਤੇ ਗੰਢੇ ਪਾਉਣੇ, ਚੰਗੇ ਘਿਓ ਨਾਲ ਪ੍ਰਸ਼ਾਦੇ ਚੋਪੜਨੇ, ਆਪ ਦੁੱਧ ਰਿੜਕ ਕੇ ਮੱਖਣ ਤੇ ਲੱਸੀ ਬਣਾਓ। ਫਿਰ ਇਹਨਾਂ ਪ੍ਰਸ਼ਾਦਿਆਂ ਨੂੰ ਆਪਣੇ ਸਿਰ 'ਤੇ ਚੁੱਕ ਕੇ ਨਾਲ ਲੱਸੀ ਦਾ ਗਵੜਵਾ ਲੈ ਕੇ ਨੰਗੇ ਪੈਰੀਂ ਤੁਰ ਕੇ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਵੋ। ਇਸ ਤਰ੍ਹਾਂ ਬਾਬਾ ਜੀ ਪ੍ਰਸੰਨ ਹੋਣਗੇ ਤੇ ਆਪ ਦੀ ਝੋਲੀ ਪੁੱਤਰ ਦੀ ਦਾਤ ਦਾ ਵਰ ਪਾਉਣਗੇ। ਅੱਗੇ ਸਾਖੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੋਂ ਵਰ ਪ੍ਰਾਪਤ ਕਰਨਾ। ਅਗਲੇ ਦਿਨ ਮਾਤਾ ਗੰਗਾ ਜੀ ਨੇ ਸਤਿਗੁਰੂ ਜੀ ਦੇ ਦੱਸੇ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਪ੍ਰਸ਼ਾਦੇ
ਤਿਆਰ ਕੀਤੇ, ਲੱਸੀ ਰਿੜਕੀ, ਮੱਖਣ ਕੱਢਿਆ। ਇੱਕ ਦਾਸੀ ਨੂੰ ਨਾਲ ਲੈ ਕੇ ਇਹ ਸਾਰਾ ਭੋਜਨ ਆਪ ਚੁੱਕ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਜਾਣ ਲਈ ਬੀੜ ਵੱਲ ਚੱਲ ਪਏ। ਅੱਗੇ ਬਾਬਾ ਜੀ ਬੜੀ ਤੀਬਰਤਾ ਨਾਲ ਪ੍ਰਸ਼ਾਦੇ ਦੀ ਉਡੀਕ ਕਰ ਰਹੇ ਸਨ, ਕਿਉਂਕਿ ਬਾਬਾ ਜੀ ਨੇ ਰਾਤ ਦਾ ਪ੍ਰਸ਼ਾਦਾ ਨਹੀਂ ਸੀ ਛਕਿਆ। ਬਾਬਾ ਜੀ ਨੇ ਦੂਰੋਂ ਹੀ ਮਾਤਾ ਗੰਗਾ ਜੀ ਨੂੰ ਪ੍ਰਸ਼ਾਦੇ ਲਈ ਆਉਂਦੇ ਵੇਖਿਆ ਬੜੇ ਪ੍ਰਸੰਨ ਹੋਏ ਤੇ ਕਾਹਲੀ ਨਾਲ ਤੁਰ ਕੇ ਮਾਤਾ ਜੀ ਨੂੰ ਅੱਗੋਂ ਹੀ ਜਾ ਮਿਲੇ ਤੇ ਨਮਸਕਾਰ ਕਰਕੇ ਕਹਿਣ ਲੱਗੇ, ਮਾਤਾ ਜੀ, ਅੱਜ ਤਾਂ ਬੜੀ ਭੁੱਖ ਲੱਗੀ ਹੈ। ਤੁਸੀਂ ਕਿਰਪਾ ਕੀਤੀ ਹੈ ਜੋ ਆਪਣੇ ਸੇਵਕ ਲਈ ਆਪ ਪ੍ਰਸ਼ਾਦੇ ਲਿਆਏ ਹੋ। ਤੁਹਾਨੂੰ ਤੁਸੀਂ ਹੋ। ਮਾਤਾ ਨੂੰ ਆਪਣੇ ਬੱਚੇ ਦੀ ਭੁੱਖ ਦਾ ਕਿੰਨਾ ਖਿਆਲ ਹੈ। ਇਹ ਕਹਿ ਕੇ ਆਪ ਉੱਥੇ ਹੀ ਇੱਕ ਬ੍ਰਿਛ ਥੱਲੇ ਚਾਦਰ ਵਿਛਾ ਕੇ ਬਹਿ ਗਏ। ਮਾਤਾ ਜੀ ਤੋਂ ਪ੍ਰਸ਼ਾਦੇ, ਲੱਸੀ, ਦਹੀਂ ਤੇ ਮੱਖਣ ਲੈ ਕੇ ਛਕਣ ਲੱਗੇ। ਗੰਢਾ ਲੈ ਕੇ ਉਸ ਨੂੰ ਮੁੱਕੀ ਮਾਰ ਕੇ ਭੰਨਿਆ ਤੇ ਪ੍ਰਸੰਨ ਹੋ ਕੇ ਸਹਿਜ ਸੁਭਾਅ ਹੀ ਬਚਨ ਕਰਨ ਲੱਗ ਪਏ, ਮਾਤਾ ਜੀ, ਜਿਸ ਤਰ੍ਹਾਂ ਮੈਂ ਮੁੱਕਾ ਮਾਰ ਕੇ ਗੰਢਾ ਭੰਨਿਆ ਹੈ, ਇਸੇ ਤਰ੍ਹਾਂ ਜ਼ਾਲਮਾਂ ਦੇ ਸਿਰ ਭੰਨਣ ਵਾਲਾ ਬੜਾ ਬਲੀ ਯੋਧਾ ਸੁਪੁੱਤਰ ਜਨਮੇਗਾ। ਬੜਾ ਸ਼ਕਤੀਵਾਨ ਸੂਰਮਾ ਹੋਵੇਗਾ ਤੇਰਾ ਪੁੱਤਰ। ਰਾਜੇ ਮਹਾਰਾਜੇ ਉਸ ਦੇ ਚਰਨਾਂ ਉੱਤੇ ਝੁਕਣਗੇ। ਮਾਤਾ ਜੀ, ਅੱਜ ਜਿਸ ਤਰ੍ਹਾਂ ਤੁਸੀਂ ਮੇਰੀ ਭੁੱਖ ਨਿਵਰਤ ਕੀਤੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਆਪ ਦੀ ਪੁੱਤਰ ਦੀ ਭੁੱਖ ਪੂਰੀ ਕਰੇਗਾ। ਤੁਹਾਡੇ ਘਰ ਪ੍ਰਭੂ ਦਾ ਅਵਤਾਰ ਪ੍ਰਗਟ ਹੋਵੇਗਾ। ਮਾਤਾ ਜੀ ਨੇ ਬਾਬਾ ਬੁੱਢਾ ਜੀ ਨੂੰ ਕੋਲ ਬਹਿ ਕੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਪ੍ਰਸ਼ਾਦਾ ਛਕਾਇਆ ਤੇ ਬਾਬਾ ਜੀ ਨੂੰ ਪ੍ਰਸੰਨ ਕਰਕੇ ਪੁੱਤਰ ਦੀ ਪ੍ਰਾਪਤੀ ਦਾ ਵਰ ਲਿਆ। ਬਾਬਾ ਜੀ ਨੂੰ ਨਮਸਕਾਰ ਕਰਕੇ ਮਾਤਾ ਜੀ ਬੜੀ ਪ੍ਰਸੰਨਤਾ ਤੇ ਉਤਸ਼ਾਹ ਨਾਲ ਅੰਮ੍ਰਿਤਸਰ ਨੂੰ ਵਾਪਸ ਤੁਰ ਪਏ। ਰਾਤ ਨੂੰ ਸਤਿਗੁਰੂ ਜੀ ਮਹਿਲ ਵਿੱਚ ਆਏ ਤੇ ਮਾਤਾ ਜੀ ਨੇ ਅੱਜ ਦੀ ਸਾਰੀ ਵਾਰਤਾ ਸਤਿਗੁਰੂ ਜੀ ਨੂੰ ਸੁਣਾਈ। ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਤੋਂ ਵਰ ਪ੍ਰਾਪਤੀ ਦੀ ਵਾਰਤਾ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਧੰਨ ਉਹਨਾਂ ਦੇ ਸਿੱਖ, ਜਿਨ੍ਹਾਂ ਦੀ ਸੇਵਾ ਕਰਕੇ ਮਨੋਕਾਮਨਾ ਪੂਰੀ ਹੁੰਦੀਆਂ ਹਨ। ਨਿਮਰਤਾ ਨਾਲ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਜਾਣ ਨਾਲ ਸਭ ਕਾਰਜ ਸਿੱਧ ਹੁੰਦੇ ਹਨ। ਬਾਬਾ ਜੀ ਦੇ ਕਹੇ ਬਚਨ ਅਵਸ ਪੂਰੇ ਹੋਣਗੇ। ਤੁਸੀਂ ਇਹ ਨਿਸ਼ਚਾ ਰੱਖੋ, ਸੰਤਾਂ ਦੇ ਬਚਨ ਅਟਲ ਹੁੰਦੇ ਹਨ। ਸਾਧ ਬਚਨ ਅਟਲਾਦਾ। ਬਾਬਾ ਬੁੱਢਾ ਜੀ ਗੁਰੂ ਘਰ ਦੇ ਅਨੰਨ ਸੇਵਕ ਹਨ। ਉਹ ਤਪ ਦੀ ਮੂਰਤੀ ਤੇ ਬ੍ਰਹਮ ਗਿਆਨੀ ਹਨ। ਇਉਂ ਸਤਿਗੁਰੂ ਜੀ ਬਾਬਾ ਬੁੱਢਾ ਜੀ ਦੀ ਪ੍ਰਸੰਨਤਾ ਕਰਦੇ ਹੋਏ ਵਿਰਾਜ ਗਏ। ਅੱਗੇ ਸਾਖੀ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਅਵਤਾਰ। ਇਹ ਆਪਾਂ ਅੱਗੇ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਭੁੱਲਾਂ ਚੁੱਕਾਂ ਗਲਤੀਆਂ ਮਾਫ਼ ਕਰਨੀਆਂ, ਆਪਣੇ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।